ਖਬਰ ਲੈਂਦੇ ਹਾਂ ਤਰਨਤਾਰਨ ਤੋਂ। ਪਿਛਲੇ ਦਿਨੀ ਪੰਜਾਬ ਪੁਲਿਸ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਵਿਚਕਾਰ ਹੋਈ ਗੋਲਾਬਾਰੀ। ਇਸ ਗੋਲਾਬਾਰੀ ਦੇ ਵਿੱਚ ਗਿਰੋਹ ਦਾ ਇੱਕ ਮੈਂਬਰ ਮੌਕੇ ਤੇ ਮਾਰਿਆ ਗਿਆ ਤੇ 4 ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ। ਪਰ ਬਦਕਿਸਮਤੀ ਨਾਲ ਪੰਜਾਬ ਪੁਲਿਸ ਦੇ 2 ਨੌਜਵਾਨ ਵੀ ਇਸ ਗੋਲਾਬਾਰੀ ਦੇ ਦੌਰਾਨ ਫੱਟੜ ਹੋਏ। ਪਰ ਅਫਸੋਸ ਦੀ ਗੱਲ ਇਹ ਹੈ ਕਿ ਬਹਾਦਰੀ ਨਾਲ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਸ ਗਿਰੋਹ ਦਾ ਮੁਕਾਬਲਾ ਕਰਨ ਵਾਲੇ ਪੁਲਿਸ ਮੁਲਾਜ਼ਮ ਦੀ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਸਾਰ ਨਹੀਂ ਲਈ। ਔਰ ਇਸ ਸੰਬੰਧ ਦੇ ਵਿੱਚ ਸਾਗਰ ਅਰੋੜਾ ਜੀ ਨੇ ਉਸ ਪੰਜਾਬ ਪੁਲਿਸ ਵਾਲੇ ਦੇ ਨਾਲ, ਉਹਨਾਂ ਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ। ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਈਵਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਅਸੀਂ ਤੁਹਾਨੂੰ ਈਵਨ ਚੈਨਲ ਤੇ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ, ਇੱਕ ਅਜਿਹੀ ਬਹਾਦਰੀ ਦੀ ਮਿਸਾਲ, ਇੱਕ ਛੋਟੇ ਜਿਹੇ ਰੈਂਕ ਤੇ ਤਾਇਨਾਤ ਹੋਮਗਾਰਡ ਸਰਬਜੀਤ ਸਿੰਘ ਨਾਲ, ਜਿਹਨੇ ਕਿ ਆਪਣੀ ਬਹਾਦਰੀ ਦਾ ਇੱਕ ਸਬੂਤ ਦਿੰਦੇ ਹੋਏ ਆਪਣੀ ਜਾਨ ਦੀ ਨਾ ਪਰਿਵਾਰ ਦੀ ਪਰਵਾਹ ਕੀਤੀ, ਬਿਨਾਂ ਕਿਸੇ ਦੀ ਪਰਵਾਹ ਕਰਦੇ ਹੋਏ ਹਜ਼ਾਰਾਂ ਹੀ ਲੱਖਾਂ ਹਜ਼ਾਰਾਂ ਕੀ ਸੈਂਕੜੇ ਦੀ ਗਿਣਤੀ 'ਚ ਲੋਕਾਂ ਦੀ ਜਾਨਾਂ ਬਚਾਈਆਂ ਅਤੇ ਆਪ 2 ਗੋਲੀਆਂ ਖਾ ਰਹੀਆਂ। ਜੀ ਹਾਂ, ਤੁਹਾਨੂੰ ਮਿਲਾਉਣ ਜਾ ਰਹੇ ਹਾਂ ਅਸੀਂ ਇਹ ਸਰਬਜੀਤ ਸਿੰਘ ਹੋਮਗਾਰਡ ਦੇ ਨਾਲ, ਜਿਹਨੇ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ 2 ਦਿਨ ਪਹਿਲਾਂ ਹੀ ਇੱਕ ਚੋਰ ਗਰੋਹ ਪੱਟੀ ਦੇ ਇਲਾਕੇ ਵਿੱਚ ਕਾਫੀ ਸਰਗਰਮ ਸੀ ਅਤੇ ਉਸ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਇੱਕ ਜਿਹੜਾ ਚੋਰ ਗਰੋਹ ਜਿਹੜਾ ਮਾਰਿਆ ਗਿਆ ਸੀ। ਹੁਣ ਸਾਨੂੰ ਸਾਰੀ ਵਿਸਤਾਰਪੂਰਵਕ ਇਸ ਬਾਰੇ ਜਾਣਕਾਰੀ ਦੇਣਗੇ ਸਰਦਾਰ ਸਰਬਜੀਤ ਸਿੰਘ ਜੀ। ਗੱਲਬਾਤ ਕਰਾਂਗੇ ਸਰਬਜੀਤ ਸਿੰਘ ਦੇ ਨਾਲ। ਸਰ ਕੀ ਮਾਮਲਾ ਸੀ ਸਾਰਾ, ਕਿਸ ਤਰ੍ਹਾਂ ਜਿਹੜੀ ਇਹ ਗੋਲੀਬਾਰੀ ਹੋਈ ਹੈ, ਕਿਸ ਤਰ੍ਹਾਂ ਇਹ ਚੋਰ ਗਰੋਹ ਜਿਹੜਾ ਤੁਹਾਨੂੰ ਮਿਲਿਆ ਵਾ ਤੇ ਕੀ ਹੋਇਆ ਸੀ ਸਾਰਾ ਉਸ ਮੌਕੇ ਦੀ ਵਿਸਤਾਰਪੂਰਵਕ ਦੱਸੋ ਸਾਰੇ ਦਰਸ਼ਕਾਂ ਨੂੰ। ਸਾਡੇ ਮੁੱਖ ਅਫਸਰ ਸਰਦਾਰ ਲਖਬੀਰ ਸਿੰਘ ਦੇ ਹੁਕਮਾਂ ਅਨੁਸਾਰ ਅਸੀਂ ਨਾਕਾ ਲਾਇਆ ਪੁਲ ਦੇ ਥੱਲੇ, ਵਹੀਕਲ ਚੈੱਕ ਕਰ ਰਿਹਾ ਸੀ। ਉਸ ਦੌਰਾਨ ਇੱਕ ਸਵਿਫਟ ਕਾਰ, ਜਿਹਦੀ ਕਿ ਸਾਨੂੰ ਪਹਿਲਾਂ ਹੀ ਵਾਇਰਲੈਸ ਆ ਚੁੱਕੀ ਸੀ ਕਿ ਇਹਨੇ ਟੋਟੀਆਂ ਇੱਕ ਤੇ ਗੋਲੀ ਮਾਰ ਕੇ ਆਏ ਆ, ਪੰਪ ਲੁੱਟ ਕੇ ਆਏ ਆ, ਸਾਨੂੰ ਪਹਿਲਾਂ ਹੀ ਇਨਫੋਰਮੇਸ਼ਨ ਇਹਦੀ ਆ ਰਹੀ ਸੀ। ਫਿਰ ਅਸੀਂ ਨਾਕੇ ਦੇ ਦੌਰਾਨ 1-2 ਕਿੱਲੇ ਪਿੱਛੇ ਸਵਿਫਟ ਕਾਰ ਰੁਕੀ। ਮੇਰੀ ਜਦੋਂ ਉਸ 'ਤੇ ਨਿਗਾਹ ਪਈ ਤੇ ਅਸੀਂ ਉਹਦੇ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਦੇ ਵੱਲ ਗਿਆ ਤਾਂ ਉਹਨੇ ਅੱਗੋਂ ਫਾਇਰ ਸ਼ੁਰੂ ਕਰ ਦਿੱਤੀਆਂ ਗੱਡੀ ਵਿੱਚੋਂ। ਅਸੀਂ ਬਰਾਬਰ ਦੇ ਫਾਇਰ ਉਹਨਾਂ 'ਤੇ ਕੀਤੇ। ਜਦੋਂ ਫਾਇਰ ਉਹਨਾਂ 'ਤੇ ਕੀਤੇ, ਉਹਨਾਂ ਨੇ ਛੱਡ ਕੇ ਇੱਕ ਪੁਲ ਪਾਰ ਕਰਕੇ ਤੇ ਉਹ ਪੈਲੀਆਂ ਵਿੱਚ ਦੌੜ ਗਿਆ। ਸਾਡਾ ਬਾਕੀ ਗਨਮੈਨ ਸਟਾਫ ਸਾਰਾ ਉਹਨਾਂ ਨਾਲ ਦੌੜ ਗਿਆ। ਮੈਂ ਤੇ SHO ਸਾਹਿਬ, ਉਹਨਾਂ ਨੇ ਮੈਨੂੰ ਕਿਹਾ ਕਿ ਗੱਡੀ ਕੱਢ, ਗੱਡੀ ਉਹ ਅੱਗੇ ਰੋਡ ਦੇ ਉੱਪਰ ਲੈ ਕੇ ਚੱਲ, ਇਹਨਾਂ ਨੇ ਰੋਡ 'ਤੇ ਹੀ ਜਾਣਾ ਵਾ। ਜਦੋਂ ਅਸੀਂ ਗੱਡੀ 'ਤੇ ਉਸ ਰੋਡ 'ਤੇ ਪਹੁੰਚੇ, ਉਹਨਾਂ ਨੇ ਅੱਗੋਂ ਜਦੋਂ ਸਾਨੂੰ ਦੇਖਿਆ ਫਾਇਰ ਸ਼ੁਰੂ ਕਰ ਦਿੱਤੀ। SHO ਸਾਹਿਬ ਵੱਲੋਂ ਵੀ ਬਹੁਤ ਬਹਾਦਰੀ ਨਾਲ ਉਹਨਾਂ 'ਤੇ ਫਾਇਰ ਸ਼ੁਰੂ ਕਰ ਦਿੱਤੀਆਂ। ਜਦੋਂ ਉਹਨਾਂ ਨੇ ਪਿੱਛੇ ਹੋ ਕੇ ਇੱਕ ਘਰ ਉੱਪਰ ਦੀ ਆਉਣ ਦੀ ਕੋਸ਼ਿਸ਼ ਕੀਤੀ, ਅਸੀਂ ਫਿਰ ਗੱਡੀ ਅੱਗੇ ਉਹਨਾਂ ਦੇ ਲਾ ਦਿੱਤੀ। ਰੋਡ ਦੇ ਉੱਪਰ ਹੀ ਉਹਨਾਂ ਨੇ ਇੱਕ ਐਕਟਿਵਾ ਸਵਾਰ ਵਿਅਕਤੀ ਦੀ ਐਕਟਿਵਾ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਸੁੱਟ ਦਿੱਤਾ। ਜਦੋਂ ਉਸ ਸੜਕ ਦੇ ਉੱਤੇ ਖੜ੍ਹੇ ਸੀ 3 ਜਣੇ ਅਤੇ ਮੈਂ ਉਹਨਾਂ ਦੇ ਵਿੱਚ ਗੱਡੀ ਮਾਰ ਦਿੱਤੀ। ਜਦੋਂ ਗੱਡੀ ਮਾਰੀ, ਤਿੰਨੇ ਉੱਥੇ ਡਿੱਗ ਪਏ। ਇੱਕ ਜਣੇ ਨੇ ਉੱਠ ਕੇ SHO ਸਾਹਿਬ 'ਤੇ ਪਹਿਲਾਂ ਫਾਇਰ ਕੀਤਾ। ਬਰਾਬਰੀ 'ਤੇ SHO ਸਾਹਿਬ ਨੇ ਜਦੋਂ ਫਾਇਰ ਕੀਤਾ, ਉਹ ਮੇਰੀ ਡਰਾਈਵਰ ਸੀਟ ਵੱਲ ਆ ਗਿਆ। ਡਰਾਈਵਰ ਸੀਟ ਵੱਲ ਆਣ ਕੇ ਤੇ ਮੈਨੂੰ ਗੋਲੀ ਮਾਰ ਦਿੱਤੀ। ਉਸ ਤੋਂ ਬਾਅਦ ਦਾ ਹਾਲ ਮੈਨੂੰ ਨਹੀਂ ਪਤਾ, ਮੈਂ ਤੜਫ ਕੇ ਉੱਥੇ ਹੀ ਡਿੱਗ ਪਿਆ। ਡਾਕਟਰ ਵੱਲੋਂ ਤੁਹਾਡੀ ਹੁਣ ਸਿਹਤ ਬਾਰੇ ਕੀ ਦੱਸਿਆ ਜਾ ਰਿਹਾ, ਕਿਸ ਤਰ੍ਹਾਂ ਦੀ ਤੁਹਾਡੀ ਸਿਹਤ ਹੈ? ਡਾਕਟਰ ਕਹਿ ਰਿਹਾ ਕਿ 2 ਗੋਲੀਆਂ ਲੱਗੀਆਂ, ਇੱਕ ਗੋਲੀ ਜੋ ਕਿ ਵੱਖੀ ਵਿੱਚ ਲੱਗੀ ਹੈ ਅਤੇ ਲੱਕ ਥਾਣੀ ਉਹਨਾਂ ਨੇ ਕੱਢ ਦਿੱਤੀ ਹੋਈ, ਉਹਦਾ ਆਪਰੇਟ ਕਰ ਦਿੱਤਾ ਹੋਇਆ। ਦੂਜੀ ਗੋਲੀ ਉਹ ਕਹਿੰਦੇ ਕਿ ਕਿਡਨੀ ਦੇ ਵਿੱਚ ਆ। ਮਸਲ ਜਿਹੜੇ ਹੈਗੇ 2 ਉਹ ਵੀ ਡੈਮੇਜ ਹੋ ਚੁੱਕੇ ਆ, ਪਸਲੀਆਂ ਜਿਹੜੀਆਂ ਵਾ। ਅਤੇ ਜਿਹੜੀ ਕਿਡਨੀ 'ਚ ਉਹ ਕਹਿੰਦੇ ਕਿ ਜੇਕਰ ਇਹਨੂੰ ਛੇੜਦੇ ਹਾਂ, ਕੱਢਦੇ ਹਾਂ ਤਾਂ ਖਤਰਾ ਵਾ, ਅਤੇ ਇਹਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ। ਮਹਿਕਮੇ ਵੱਲੋਂ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਦਿੱਤਾ ਜਾ ਰਿਹਾ ਵਾ? ਮਹਿਕਮੇ ਨੇ ਤੁਹਾਨੂੰ ਕੀ ਕਿਹਾ ਵਾ ਕਿ ਤੁਹਾਨੂੰ? ਮਹਿਕਮੇ ਵੱਲੋਂ ਬਹੁਤ ਰਿਸਪੌਂਸ ਦਿੱਤਾ ਗਿਆ ਵਾ। ਸਾਡੇ ਮਾਨਯੋਗ SSP ਸਾਹਿਬ ਜਦੋਂ ਹਸਪੀਟਲ ਤਰਨਤਾਰਨ ਸੀ, ਸਾਡੇ DIG ਸਰਦਾਰ ਚਰਨਜੀਤ ਸਿੰਘ ਜੀ, ਕੰਪਨੀ ਕਮਾਂਡਰ ਸਰਦਾਰ ਚਰਨਜੀਤ ਸਿੰਘ ਜੀ ਅਤੇ ਜ਼ਿਲ੍ਹਾ ਕਮਾਂਡਰ ਅਨਿਲ ਕੁਮਾਰ ਜੀ, ਸਾਰੇ ਹੀ ਉੱਥੇ ਜਦੋਂ ਉਹਨਾਂ ਨੇ ਹਾਲਾਤ ਸੁਣੇ, ਵੇਖਿਆ, ਉਸੇ ਟਾਈਮ ਹੀ ਉਹ ਹਸਪੀਟਲ ਤਰਨਤਾਰਨ ਵਿਖੇ ਆ ਚੁੱਕੇ। ਉਹਨਾਂ ਨੇ ਬਹੁਤ ਮਦਦ ਕੀਤੀ। ਉੱਥੋਂ ਜਦੋਂ ਉਹਨਾਂ ਨੇ 6 ਵਜੇ ਤੱਕ ਕੋਈ ਸੁਣਵਾਈ ਨਹੀਂ ਹੋਈ, ਫਿਰ ਮਾਨਯੋਗ SSP ਸਾਹਿਬ ਆਏ, ਸਾਡੇ ਕਮਾਂਡਰ ਸਾਹਿਬ ਸਾਰੇ ਉੱਥੇ ਸੀ। ਉਹਨਾਂ ਨੇ ਕਹਿ ਕੇ ਇੱਥੇ ਮੈਨੂੰ ਸ਼ਿਫਟ ਕਰ ਦਿੱਤਾ ਗਿਆ ਅਮਨਦੀਪ ਹਸਪੀਟਲ। ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਕੋਈ ਪਹੁੰਚਿਆ ਹੋਵੇ, ਤੁਹਾਡੀ ਕੋਈ ਸਾਰ ਲੈਣ ਪਹੁੰਚਿਆ ਹੋਵੇ? ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡਾ ਤੁਸੀਂ ਏਡਾ ਵੱਡਾ ਜਿਹੜਾ ਉਪਰਾਲਾ ਕੀਤਾ ਵਾ, ਏਡੀ ਵੱਡੀ ਆਪਣੀ ਬਹਾਦਰੀ ਵਿਖਾਈ, ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਦਾ ਕੋਈ ਉਪਰਾਲਾ ਤੁਹਾਡਾ ਇੱਥੇ ਪਹੁੰਚਣਾ ਚਾਹੀਦਾ ਸੀ? ਸਰਕਾਰ ਦਾ ਨੁਮਾਇੰਦਾ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਪਹੁੰਚਿਆ। ਬਾਕੀ ਬਹਾਦਰੀ ਦਾ ਸਾਡੇ ਉੱਚ ਅਧਿਕਾਰੀਆਂ ਨੂੰ ਵੀ ਪਤਾ ਵਾ। ਸਾਡੇ ਮੁੱਖ ਅਫਸਰ ਸਾਹਿਬ ਜਿਹੜੇ ਖੁਦ ਮੇਰੇ ਨਾਲ ਸੀ, ਬਾਕੀ ਉੱਚ ਅਧਿਕਾਰੀ ਤਾਂ ਚਲੋ ਬੈਠੇ ਸੀ, ਆਪੋ ਆਪਣੀਆਂ ਡਿਊਟੀਆਂ ਨਿਭਾ ਰਹੇ ਸੀ, ਪਰ ਜਿਹੜੇ ਮੁੱਖ ਅਫਸਰ ਉਹਨਾਂ ਨੂੰ ਪਤਾ ਵਾ ਕਿ ਮੈਂ ਕਿੰਨੀ ਕੁ ਬਹਾਦਰੀ ਨਾਲ ਉਹਨਾਂ ਵਿੱਚ ਗੱਡੀ ਮਾਰੀ ਆ। ਅਤੇ ਉਹਨਾਂ ਦੇ ਵੀ ਇੱਕ ਗੋਲੀ ਟੱਚ ਕੀਤੀ ਆ ਪੱਗ ਥਾਣੀ ਹੋ ਕੇ। ਉਹਨਾਂ ਨੇ ਜਦੋਂ ਸ਼ਾਮ ਨੂੰ ਪੱਗ ਲਾਈ ਤੇ ਲਹੂ ਨਾਲ ਖੂਨ ਨਾਲ ਲਿਬੜੀ ਹੋਈ ਸੀ ਪੱਗ। ਉਹਨਾਂ ਨੇ ਵੀ ਬਹੁਤ ਮਿਹਨਤ ਨਾਲ ਮੁਕਾਬਲਾ ਕੀਤਾ।
ਪੰਜਾਬ ਸਰਕਾਰ ਪਾਸੋਂ ਕੀ ਮੰਗ ਕਰਦੇ ਕਿ ਕੀ ਮੰਗ ਤੁਹਾਡੀ ਹੈਗੀ ਹੈ ਕਿ ਤੁਹਾਨੂੰ ਕੋਈ ਨਾ ਕੋਈ ਇਸ ਸੰਬੰਧ ਵਿੱਚ ਕੋਈ ਬੈਨੀਫਿਟ ਮਿਲਣਾ ਚਾਹੀਦਾ ਵਾ ਕਿ ਜਾਂ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ? ਦੇਖੋ ਜੀ, ਇਹ ਤਾਂ ਸਰਕਾਰਾਂ ਤੇ ਡਿਪੈਂਡ ਆ। ਮੈਂ ਤਾਂ ਇਹੋ ਮੰਗ ਕਰਦਾ ਵਾਂ ਆਪਣੇ ਉੱਚ ਅਧਿਕਾਰੀਆਂ ਕੋਲੋਂ, ਐਸਐਸਪੀ ਸਾਹਿਬ ਕੋਲੋਂ ਅਤੇ ਪੰਜਾਬ ਸਰਕਾਰ ਕੋਲੋਂ ਕਿ ਜੋ ਹੋ ਸਕਦਾ ਵਾ ਵੱਧ ਤੋਂ ਵੱਧ ਮੈਨੂੰ ਬੈਨੀਫਿਟ ਦਿੱਤਾ ਜਾਵੇ। ਮੇਰੇ ਬੱਚੇ ਆ ਕਵਲਜੋਤ ਸਿੰਘ, ਅਤੇ ਉਹਨਾਂ ਨੂੰ ਨੌਕਰੀ ਕੋਈ ਦਿੱਤੀ ਜਾਵੇ। ਮੈਂ ਬਸ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੂੰ। ਪਰਿਵਾਰ ਦੇ ਵਿੱਚ ਤੁਹਾਡੇ ਹੋਰ ਕੌਣ ਕੌਣ ਹੈਗਾ ਜੀ? ਸਾਰਾ ਦੱਸੋ ਵਿਸਤਾਰ ਕੋਈ। ਜੇਕਰ ਤੁਹਾਨੂੰ ਨਾ ਜਾਣੇ ਪਰਮਾਤਮਾ ਦੀ ਕਿਰਪਾ ਰਹੀ ਤੁਹਾਡੇ 'ਤੇ, ਜੇ ਇਸ ਗੋਲਾਬਾਰੀ ਤੁਹਾਨੂੰ ਕੁਛ ਹੋ ਜਾਂਦਾ ਤੇ ਪਰਿਵਾਰ ਦੇ ਵਿੱਚ ਹੋਰ ਕੌਣ ਤੁਹਾਡਾ ਕੋਈ ਖਾਣ ਪਕਾਉਣ ਵਾਲਾ ਕੌਣ ਨਹੀਂ ਪਿੱਛੇ ਬਚਦਾ ਜਿਹਦੇ ਸਿਰ 'ਤੇ ਪਰਿਵਾਰ ਰੋਟੀ ਚਲਾ ਸਕਦਾ ਸੀ? ਪਰਿਵਾਰ ਦੇ ਵਿੱਚ ਮੈਂ ਇਕੱਲਾ ਹੀ ਹਾਂ ਜੀ ਜਿਹੜਾ ਨੌਕਰੀ 'ਤੇ ਤੈਨਾਤ ਹਾਂ। ਬਾਕੀ 7-6 ਪਰਿਵਾਰ ਦੇ ਮੈਂਬਰ ਆ। ਮੇਰੇ ਮਾਤਾ ਜੀ, ਮੇਰੇ ਪਿਤਾ ਜੀ, ਘਰ ਵਾਲੀ ਅਤੇ 3 ਬੱਚੇ, 2 ਕੁੜੀਆਂ 1 ਮੁੰਡਾ। ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਮੇਰੇ 'ਤੇ ਸੀ। ਕੁੜੀ ਮੇਰੀ 12ਵੀਂ 'ਚ ਪੜ੍ਹਦੀ ਆ, ਮੁੰਡਾ 11ਵੀਂ 'ਚ ਪੜ੍ਹਦਾ ਵਾ, ਛੋਟੀ ਬੇਟੀ ਪੜ੍ਹਦੀ ਆ। ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੇ 'ਤੇ ਸੀ। ਮਾਤਾ ਪਿਤਾ ਮੇਰੇ ਬਿਰਧ ਆ, ਬਿਮਾਰ ਰਹਿੰਦੇ ਆ, ਉਹਨਾਂ ਦੀ ਦਵਾਈ ਦਾਰੂ ਵੀ ਸਾਰਾ ਮੇਰੇ 'ਤੇ ਹੀ ਡਿਪੈਂਡ ਸੀ। ਪਤਾ ਨਹੀਂ ਮੈਂ ਆਪਣਾ ਕਿੱਦਾਂ ਜੂਨ ਗੁਜ਼ਾਰਾ ਕਰਦਾ। ਸੋ ਇਹ ਸਨ ਸਰਬਜੀਤ ਸਿੰਘ ਜਿਨ੍ਹਾਂ ਨੇ ਸਾਨੂੰ ਦੱਸਿਆ ਵਾ ਕਿ ਕਿਸ ਤਰ੍ਹਾਂ ਉਸ ਮੌਕੇ 'ਤੇ ਕਿਸ ਤਰ੍ਹਾਂ ਗੋਲੀਬਾਰੀ ਹੋਈ, ਕਿੱਦਾਂ ਲੁੱਟਾਂ ਖੋਹਾਂ ਕਰਨ ਵਾਲੇ ਚੋਰ ਗਰੋਹ ਦੇ ਨਾਲ ਜਿਹੜਾ ਵਾ ਇਹਨਾਂ ਦਾ ਮੁਕਾਬਲਾ ਹੋਇਆ ਵਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਸਰਕਾਰ ਦਾ ਕੋਈ ਵੀ ਮੰਤਰੀ ਇਹਨਾਂ ਦੀ ਸਾਰ ਲੈਣੀ ਹੈ। ਸਰਕਾਰ ਨੂੰ ਚਾਹੀਦਾ ਵਾ ਕਿ ਅਜਿਹੇ ਜਿਹੜੇ ਬਹਾਦਰ ਪੁਲਿਸ ਅਫਸਰ ਆ ਇਹਨਾਂ ਦਾ ਕੋਈ ਨਾ ਕੋਈ ਐਪਰੀਸ਼ੀਏਟ ਕਰਨ ਵਾਸਤੇ ਇਹਨਾਂ ਨੂੰ ਹੌਸਲਾ ਅਫਜ਼ਾਈ ਜ਼ਰੂਰ ਕੀਤੀ ਜਾਵੇ, ਕਿਉਂਕਿ ਜਿਸ ਤਰ੍ਹਾਂ ਸਰਬਜੀਤ ਸਿੰਘ ਨੇ ਦੱਸਿਆ ਵਾ ਕਿ ਪਰਿਵਾਰ ਦੇ ਵਿੱਚ ਇੱਕ 6-7 ਜੀ ਆ, ਖਾਣ ਵਾਲੇ ਸਾਰੇ ਆ, ਪਰ ਇਹ ਇੱਕੋ ਇਕੱਲੇ ਹੀ ਜਿਹੜੇ ਨੌਕਰੀ 'ਤੇ ਤੈਨਾਤ ਸੀ, ਜਿਹੜੇ ਇਕੱਲੇ ਹੀ ਕਮਾਉਣ ਵਾਲੇ ਸੀ। ਸੋ ਸਰਕਾਰ ਵਾਸਤੇ ਵੀ ਬੇਹੱਦ ਮਾੜੀ ਗੱਲ ਆ ਕਿ ਅਜੇ ਤੱਕ 2 ਦਿਨ ਹੋ ਚੱਲੇ ਆ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹਨਾਂ ਦਾ ਹਾਲ ਨਹੀਂ ਪੁੱਛਣ ਆਇਆ, ਨਾ ਕਿਸੇ ਨਾਲ ਕੋਈ ਫੋਨ 'ਤੇ ਗੱਲਬਾਤ ਹੋਈ ਆ। ਜਿਸ ਤਰ੍ਹਾਂ ਡਾਕਟਰ ਵੀ ਦੱਸ ਰਿਹਾ ਕਿ ਇਹਨਾਂ ਦੇ 2 ਗੋਲੀਆਂ ਲੱਗੀਆਂ ਵਾ ਅਤੇ 1 ਗੋਲੀ ਜਿਹੜੀ ਆ ਕਿ ਉਹ ਇਹਨਾਂ ਦੀ ਕਿਡਨੀ ਦੇ ਕੋਲ ਆ। ਸੋ ਡਾਕਟਰ ਕਹਿੰਦੇ ਆ ਕਿ ਉਹ ਜਿਹੜੀ ਗੋਲੀ ਆ ਕੱਢਣੀ ਬਿਲਕੁਲ ਨਾਮੁਮਕਿਨ ਹੈ ਕਿਉਂਕਿ ਗੋਲੀ ਨਿਕਲ ਨਹੀਂ ਸਕਦੀ। ਅਤੇ ਹੁਣ ਇਸ ਦੇ ਸੰਬੰਧ ਵਿੱਚ ਉਹਨਾਂ ਦੀ ਅਸੀਂ ਭੈਣ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦਾ ਕੀ ਕਹਿਣਾ ਕਿ ਜਦੋਂ ਇਹ ਸਾਰਾ ਵਾਕਿਆ ਹੋਇਆ ਵਾ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਜਿਹੜਾ ਭਰਾ ਵਾ ਉਹ ਗੋਲੀਬਾਰੀ ਵਿੱਚ ਇਸ ਤਰ੍ਹਾਂ ਮਤਲਬ ਗੋਲੀ ਲੱਗੀ ਉਹਦੇ, ਅਤੇ ਉਹ ਪਰਿਵਾਰ 'ਤੇ ਕੀ ਬੀਤੀ ਜੀ? ਕੀ ਨਾ ਭੈਣ ਜੀ ਤੁਹਾਡਾ, ਅਤੇ ਕੀ ਜਦੋਂ ਇਹ ਸਾਰਾ ਵਾਕਿਆ ਹੋਇਆ ਵਾ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਸੀ? ਤੁਹਾਡੇ ਪਰਿਵਾਰ ਦੇ ਜਦੋਂ ਕੀ ਮਾਹੌਲ ਸੀ ਉਦੋਂ? ਸਰਬਜੀਤ ਦੀ ਮੈਂ ਭੈਣ ਹੈ ਜੀ। ਸਾਨੂੰ ਜਦੋਂ ਪਤਾ ਲੱਗਾ ਸਾਨੂੰ ਤਾਂ ਆਪ ਹੀ ਅਸੀਂ ਇੱਕ ਹਿਸਾਬ ਦੇ ਮੁੱਕ ਹੀ ਗਏ ਸੀਗੇ। ਪਤਾ ਨਹੀਂ ਕਿਸ ਤਰ੍ਹਾਂ ਮਤਲਬ ਅਸੀਂ ਇਹਦੇ ਕੋਲ ਪਹੁੰਚੇ, ਪਤਾ ਨਹੀਂ ਕਿਸ ਹਿਸਾਬ ਨਾਲ ਅਸੀਂ ਡਿੱਗਦੇ ਢਿੰਦੇ ਰੋਂਦੇ ਕਰਲਾਉਂਦੇ ਪਹੁੰਚੇ ਕਿ ਸਾਡੇ ਭਰਾ ਦੀ ਮਹਾਰਾਜ ਵੱਡੀ ਵੱਡੀ ਉਮਰ ਕਰੇ। ਇੱਕੋ ਇੱਕ ਭਰਾ ਵਾ ਸਾਡਾ, ਇਹਦੇ 2 ਗੋਲੀਆਂ ਵੱਜੀਆਂ। ਇਹਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਕਿੰਨੀਆਂ ਭੈਣਾਂ ਸੀ? ਅਸੀਂ 3 ਭੈਣਾਂ ਅਤੇ ਸਾਡਾ ਇੱਕੋ ਹੀ ਭਰਾ ਹੈ, ਅਤੇ ਬੜੀ ਬਹਾਦਰੀ ਨਾਲ ਇਹਨੇ ਮੁਕਾਬਲਾ ਕੀਤਾ ਵਾ। ਉਹਨਾਂ ਨੇ ਮੁਲਾਜ਼ਮਾਂ ਨੇ ਇਹਨੂੰ ਚੁੱਕ ਕੇ ਉੱਥੇ ਬਾਬਿਆਂ ਵਾਲੇ ਹਸਪੀਟਲ ਲੈ ਗਏ। ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਸਾਰਾ ਦਿਨ ਬਸ ਇਹੋ ਹੀ ਸੁਣਦੇ ਰਹੇ ਆ। ਅੱਧੇ ਘੰਟੇ ਨੂੰ ਆਪਰੇਸ਼ਨ ਹੋ ਜਾਊਗਾ, 15 ਮਿੰਟਾਂ ਨੂੰ ਹੋ ਜਾਊਗਾ, ਘੰਟੇ ਨੂੰ ਹੋ ਜਾਊਗਾ। ਸਾਰਾ ਦਿਨ ਇਸੇ ਤਰ੍ਹਾਂ ਹੀ ਲੰਘ ਗਿਆ ਅਤੇ 6 ਵੱਜ ਗਏ ਸ਼ਾਮਾਂ ਦੇ, ਅਤੇ ਬਾਅਦ 'ਚੋਂ ਕਹਿੰਦੇ ਅੱਜ ਆਪਰੇਟ ਨਹੀਂ ਹੋਣਾ, ਇਹਦਾ ਸਵੇਰੇ ਆਪਰੇਟ ਕਰਾਂਗੇ। ਸਰਕਾਰ ਵੱਲੋਂ ਕੀ ਮੰਗ ਕਰਦੇ ਤੁਸੀਂ? ਸਰਕਾਰ ਵੱਲੋਂ ਕੀ ਹੋਣਾ ਚਾਹੀਦਾ? ਸਰਕਾਰ ਵੱਲੋਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਭਰਾ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਵਾ ਗੈਂਗਸਟਰਾਂ ਦਾ। ਉਹਨੇ ਆਪਣੀ ਜਾਨ ਦੇ ਉੱਤੇ ਖੇਡ ਕੇ ਅਤੇ ਉਹਨੇ ਆਪਣੀ ਜਾਨ ਉਹਦੀ ਉਹਨੇ ਪਰਵਾਹ ਨਾ ਕਰਦੇ ਹੋਏ ਅੱਗੇ ਹੋ ਕੇ ਉਹਨੇ ਗੋਲੀਆਂ ਖਾਧੀਆਂ। ਉਹਦੇ 2 ਗੋਲੀਆਂ ਲੱਗੀਆਂ ਵਾ, 1 ਗੋਲੀ ਉਹਦੇ ਨਿਕਲੀ ਹੈ। ਇੱਕ ਡਾਕਟਰ ਸਾਹਿਬ ਕਹਿਣ ਡਏ ਆ ਕਿ ਮਤਲਬ ਨਹੀਂ ਕੱਢਣੀ ਗੋਲੀ ਜੀ, ਅਸੀਂ ਇਹਨੂੰ ਗੋਲੀ ਨੂੰ ਛੇੜਦੇ ਹਾਂ ਅਤੇ ਇਹਦੀ ਜਾਨ ਦਾ ਖਤਰਾ ਵਾ ਕਿ ਇਹ ਗੋਲੀ ਅਸੀਂ ਨਹੀਂ ਕੱਢ ਸਕਦੇ। 1 ਹੀ ਗੋਲੀ ਨਿਕਲੀ ਹੈ। ਅਸੀਂ ਇਹੋ ਮੰਗ ਕਰਦੇ ਹਾਂ ਕਿ ਜੋ ਵੀ ਉਹਦਾ ਬਣਦਾ ਮਾਨ ਸਨਮਾਨ, ਉਹਨੂੰ ਬੈਨੀਫਿਟ ਜੋ ਵੀ ਉਹਦਾ ਵਾ ਉਹਨੂੰ ਦਿੱਤਾ ਜਾਵੇ। ਜੀ ਇਹ ਉਹਨਾਂ ਦੀ ਭੈਣ ਜਿਹਨਾਂ ਨੇ ਦੱਸਿਆ ਕਿ ਸਾਡਾ 3 ਭੈਣਾਂ ਦਾ ਇਕੱਲਾ ਇੱਕ ਭਰਾ ਸੀ, ਜਿਹਦੇ ਕਿ ਹੁਣ ਉਹ ਵੀ ਇੱਕ ਇਸ ਵੇਲੇ ਲੋਕਾਂ ਦੀ ਲੱਖਾਂ ਹੀ ਲੋਕਾਂ ਦੀ ਲੁੱਟਾਂ ਖੋਹਾਂ ਇਸ ਗਰੋਹ ਨੂੰ ਕਾਬੂ ਕਰਕੇ ਜਾਨਾਂ ਬਚਾਈਆਂ। ਆਪਣੀ ਜਾਨ ਦੀ ਪਰ ਉਹਨਾਂ ਨੇ ਪਰਵਾਹ ਬਿਲਕੁਲ ਨਹੀਂ ਕੀਤੀ। ਪਰ ਸਰਕਾਰ ਨੂੰ ਚਾਹੀਦਾ ਵਾ ਕਿ ਅਜਿਹੇ ਬਹਾਦਰ ਅਫਸਰਾਂ ਦਾ ਜਿਹੜਾ ਮੁਲਾਜ਼ਮਾਂ ਦਾ ਜਿਹੜਾ ਮਾਨ ਸਨਮਾਨ ਵੱਧ ਤੋਂ ਵੱਧ ਕੀਤਾ ਜਾਵੇ, ਇਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਵੇ, ਨਾ ਕਿ ਇਹਨਾਂ ਨੂੰ ਅਣਗੌਲਿਆ ਕੀਤਾ ਜਾਵੇ। ਤਰਨਤਾਰਨ ਤੋਂ ਏਵਨ ਪੰਜਾਬੀ ਲਈ ਸਾਗਰਦੀਪ ਸਿੰਘ ਅਰੋੜਾ। ਮੈਂ ਆਪਣੇ ਇਹ ਮੋਢਿਆਂ 'ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ
ਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।